ਸੱਜਣੋ ਤੇ ਮਿੱਤਰੋ, ਭੈਣ ਤੋਂ ਭਰਾਵੋ, ਅੱਜ ਅਸੀਂ ਇੱਕ ਨਵੇਂ ਟਾਪਿਕ ਨਾਲ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਇਸ ਪ੍ਰੋਗਰਾਮ ਦਾ ਨਾਂ ਹੈ ਅੱਜ ਦੀ ਗੱਲ। ਅੱਜ ਮੇਰੇ ਨਾਲ ਸਾਂਗਲਾ ਹਿੱਲ ਦੀ ਆਨ, ਸਾਂਗਲਾ ਹਿੱਲ ਦੀ ਸ਼ਾਨ, ਤਬਸਰਿਆਂ ਤੇ ਬੜਾ ਸਾਰਾ ਅਬੂਰ ਹਾਸਲ ਕਰਨ ਵਾਲੇ ਡਾਕਟਰ ਨਸੀਰ ਅਹਿਮਦ ਕਾਲੂ ਸਾਹਿਬ ਮੇਰੇ ਨਾਲ ਮੌਜੂਦ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਹਲਕਾ 132 ਚ ਕੀ ਹੋਣੇ ਜਾ ਰਿਹਾ ਹੈ, ਕੀ ਹੋਏਗਾ ਆਉਣ ਵਾਲੇ ਚੰਦ ਦਿਨਾਂ 'ਚ। ਜੀ अस्सलाम वालेकुम जी। ਵਾਲੇਕੁਮ ਸਲਾਮ ਵਰਹਮਤੁल्लाह ਵਬਰਕਾਤੁਹੂ। ਡਾਕਟਰ ਸਾਹਿਬ, ਅੱਜ ਸਾਡਾ ਪਹਿਲਾ ਪ੍ਰੋਗਰਾਮ ਹੈ ਜਿਹਦਾ ਨਾਂ ਹੈ ਅੱਜ ਦੀ ਗੱਲ। ਹਲਕਾ ਨੰਬਰ 132 ਚ ਕੈਂਡੀਡੇਟ ਖੜੇ ਨੇ, ਜਿਹਦੇ ਵਿੱਚ ਮੁਸਲਿਮ ਲੀਗ ਨੂਨ ਦੇ ਮੀਆਂ ਜਾਸਿਨ ਭੱਟੀ ਸਾਹਿਬ ਨੇ, ਤਰੀਕੇ ਲਬੈਕ ਦੇ ਕਰਨਲ ਅਮਾਨਤ ਸਾਹਿਬ ਨੇ, ਪੀਪਲ ਪਾਰਟੀ ਦੇ ਸਰਫਰਾਜ਼ ਵਾਘਾ ਸਾਹਿਬ ਨੇ, ਤਰੀਕੇ ਇਨਸਾਫ ਵੱਲੋਂ ਟਿਕਟ ਚੇਂਜ ਹੋ ਕੇ ਉਹਨਾਂ ਨੂੰ ਮਿਲਿਆ ਵੇ ਆਸਨ ਵਾਘਾ ਸਾਹਿਬ ਨੂੰ, ਤੇ ਆਜ਼ਾਦ ਉਮੀਦਵਾਰ ਨੇ ਸੁਲਤਾਨ ਤਾਰਿਕ ਬਾਜਵਾ ਸਾਹਿਬ। ਸਾਨੂੰ ਇਹ ਦੱਸੋ ਵੀ ਇਸ ਹਲਕੇ 'ਚ ਕੀ ਹੋਏਗਾ ਆਉਣ ਵਾਲੇ ਆਉਣ ਦਾ ਚੰਦ ਦਿਨਾਂ 'ਚ। ਔਜ਼ ਬਿਲਲਾਹ ਮਿਨ ਸ਼ੈਤਾਨ ਰਜੀਮ, ਬਿਸਮਿल्लाहिर रहमान रहीम। ਅੱਲਾਹ ਜੱਲ ਸ਼ਾਨਹੂ ਦੇ ਨਾਮ ਦੇ ਨਾਲ। ਭਾਈ ਮੇਰੇ, ਜਿੰਨਾ ਕੁ ਮੈਂ ਜਾਣਨਾ ਉਸ ਤੋਂ ਜ਼ਿਆਦਾ ਸ਼ਾਇਦ ਤੁਸੀਂ ਵੀ ਜਾਣਦੇ ਹੋਵੋਗੇ। ਅਸਲ ਗੱਲ ਜਿਹੜੀ ਹੈ ਉਹ ਇਹ ਵੇ ਕਿ ਮੁਕਾਬਲੇ 'ਚ 4 ਜਾਂ 5 ਬਲਕਿ 5 ਹੀ ਕੈਂਡੀਡੇਟ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਨੂੰ ਵੀ ਇੱਕ ਦੂਸਰੇ ਤੋਂ ਬਰਤਰ ਜਾਂ ਆਲਾ ਵਰਫਾ ਨਹੀਂ ਕਹਾਂਗੇ, ਕਿਉਂਕਿ ਸਾਡਾ ਜਿਹੜਾ ਤਜਜ਼ੀਆ ਜਾਂ ਜਿਹੜੀ ਸਾਡੀ ਗੱਲਬਾਤ ਹੈ ਉਹ ਨਾ ਕਿਸੇ ਦੇ ਖਿਲਾਫ ਆ ਤੇ ਨਾ ਅਸੀਂ ਕੋਈ ਚਮਚਾਗਿਰੀ ਕਿਸੇ ਦੀ ਕਰਨੀ ਹੈ। ਗੱਲ ਅਸਲ 'ਚ ਇਹ ਆ ਕਿ ਇਸ ਟਾਈਮ ਹਲਕਾ 132 ਸਾਡਾ ਸਾਂਗਲਾ ਹਿੱਲ ਪੀਪੀ ਦਾ ਜਿਹੜਾ ਵੇ ਉਹਦੇ 'ਚ ਹਰ ਪਾਰਟੀ ਵੱਲੋਂ ਤਕਰੀਬਨ ਇੱਕ ਬੰਦਾ ਖੜਾ ਹੀ ਹੈ ਇਲੈਕਸ਼ਨ 'ਚ, ਜਿਨ੍ਹਾਂ 'ਚੋਂ ਨੂਨ ਲੀਗ ਵੱਲੋਂ ਮੀਆਂ ਜਾਜ਼ ਭੱਟੀ ਸਾਹਿਬ ਨੇ, ਆਸਨ ਵਾਘਾ ਸਾਹਿਬ ਨੇ PTI ਦੀ ਤਰਫੋਂ, ਅਗਰਚੇ PTI ਦਾ ਨਾਮ ਤੇ ਨਹੀਂ ਹੈ ਜਾਂ PTI ਦਾ ਨਿਸ਼ਾਨ ਤੇ ਨਹੀਂ ਹੈ, ਲੇਕਿਨ ਉਹਨਾਂ ਵੱਲੋਂ ਨਾਮਜ਼ਦਗੀ ਬਹਰਹਾਲ ਹੈ, ਟਿਕਟ ਨਹੀਂ ਹੈ। ਪੀਪਲ ਪਾਰਟੀ ਵੱਲੋਂ ਸਰਫਰਾਜ਼ ਵਾਘਾ ਸਾਹਿਬ ਨੇ। ਇਹ ਦੋਨੋਂ ਮੇਰਾ ਖਿਆਲ ਆਪਸ 'ਚ ਕੋਈ ਵਾਘੇ ਚੱਕ ਦੇ ਕਰੀਬੋ ਗੁਰਬਤ ਜਵਾਰਨ, ਇਹਨਾਂ ਦੇ ਕੋਈ ਰਿਸ਼ਤੇਦਾਰੀ ਵੀ ਹੈ, ਆਪਸ ਵਿੱਚ ਵੀ ਨੇ। ਤੇ 2 ਆਜ਼ਾਦ ਉਮੀਦਵਾਰ ਨੇ ਇੱਥੇ ਸਾਡੇ। ਇੱਕ ਹੈ ਸੁਲਤਾਨ ਤਾਰਿਕ ਬਾਜਵਾ ਸਾਹਿਬ ਔਰ ਦੂਸਰੇ हैं ਮਲਿਕ ਆਜ਼ਮ ਸਾਹਿਬ। ਹੁਣ ਇਹ 5 ਬੰਦੇ ਜਿਹੜੇ ਨੇ, ਇਹਨਾਂ 'ਚ ਅਗਰ ਦੇਖਿਆ ਜਾਏ, ਇਹਨਾਂ 'ਚੋਂ ਮੇਰੀ ਨਜ਼ਰ 'ਚ ਕੋਈ ਬੰਦਾ ਐਸਾ ਨਹੀਂ ਹੈ ਜਿਹਦੇ ਮੁਤਲਕ ਅਸੀਂ ਕੋਈ ਉਹਦੀ ਬੁਰਾਈ ਬਿਆਨ ਕਰ ਸਕੀਏ ਜਾਂ ਉਹਦੇ ਮੁਤਲਕ ਕੋਈ ਅਸੀਂ ਹੁਸਨ ਜ਼ਨ ਰੱਖੀਏ ਕਿ ਉਹਦੇ ਮੁਤਲਕ ਅਸੀਂ ਕੋਈ ਬੁਰੀਆਂ ਗੱਲਾਂ ਕਰੀਏ। ਕਰਨੀਆਂ ਵੀ ਨਹੀਂ ਚਾਹੀਦੀਆਂ, ਵੈਸੇ ਵੀ ਅਖਲਾਕੀ ਤੌਰ 'ਤੇ ਨਹੀਂ ਕਰਨੀ ਚਾਹੀਦੀਆਂ, ਲੇਕਿਨ ਮੇਰੇ ਨਜ਼ਰ ਦੇ ਮੁਤਾਬਕ ਇਹ तमाम ਬੰਦੇ ਜਿਹੜੇ ਨੇ ਉਹ ਆਪਣੇ ਆਪਣੇ ਹਿਸਾਬ ਨਾਲ, ਆਪਣੇ ਆਪਣੇ ਤਰੀਕੇ ਨਾਲ, ਆਪਣੇ ਆਪਣੇ ਸਟੇਟਸ ਦੇ ਨਾਲ ਉਹ ਠੀਕ ਨੇ ਸਾਰੇ। ਖੁਸੂਸਨ ਜਦੋਂ ਅਸੀਂ ਦੇਖਦੇ ਹਾਂ ਨਾ, ਕੰਪੇਅਰ ਕਰਨੇ ਸਾਰੇ ਕੈਂਡੀਡੇਟਸ ਨੂੰ, ਤੇ ਮੈਨੂੰ ਇਹਨਾਂ ਕੈਂਡੀਡੇਟਸ ਵਿੱਚ ਕੋਈ ਐਸਾ ਬੁਰਾਈ ਨਜ਼ਰ ਨਹੀਂ ਆਉਂਦੀ ਕਿਸੇ 'ਚ ਵੀ, ਕੋਈ ਐਸੀ ਖਰਾਬੀ ਨਜ਼ਰ ਨਹੀਂ ਆਉਂਦੀ, ਕੋਈ ਐਸੀ ਉਹਨਾਂ ਦਾ ਮਤਲਬ ਕਮਤਰ ਦਰਜਾ ਨਜ਼ਰ ਨਹੀਂ ਆਉਂਦਾ ਕਿਸੇ ਦਾ ਵੀ। ਲੇਕਿਨ ਆਖਰ ਤੇ ਹੋਣਾ ਕੀ ਹੈ, ਸਿਲੈਕਸ਼ਨ ਕਿਸ ਤਰ੍ਹਾਂ ਹੋਣੀ ਹੈ, ਕਿੰਨੇ ਕਰਨੀ ਆ, ਲੋਕਾਂ ਨੇ ਕੀ ਵਰਸ਼ਨ ਕੀ ਹੈ, ਲੋਕਾਂ ਦਾ ਐਟੀਟਿਊਡ ਕੀ ਹੋਣਾ, ਇਹ ਤੁਹਾਨੂੰ ਪਤਾ ਹੀ ਹੈ ਕਿ ਦਿਨ ਬ ਦਿਨ ਲੋਕਾਂ ਦੇ ਜਿਹੜੇ ਨਜ਼ਰੀਆਤ ਨੇ ਜਾਂ ਜਿਹੜੀ ਚੋਇਸਿਸ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ। ਆਖਰ ਹਲਕਾ 132 ਚ ਹੋਏਗਾ ਕੀ? ਅੱਛਾ, ਸਭ ਤੋਂ ਪਹਿਲੇ ਅਸੀਂ ਅਗਰ ਫਰਦਨ ਲੈਂਦੇ ਹਾਂ ਤੇ ਮੀਆਂ ਇਜਾਜ਼ ਸਾਹਿਬ ਦਾ ਇੱਕ ਹਲਕਾ ਅਹਿਬਾਬ ਪਹਿਲੇ ਤੋਂ ਹੀ ਮੌਜੂਦ ਵੀ ਆ, ਆਪਣਾ ਜ਼ਾਤੀ ਵੀ ਆ, ਸਿਟੀ ਲੈਵਲ ਤੇ ਉਹਨਾਂ ਦਾ ਜ਼ਾਤੀ ਇੱਕ ਹਲਕਾ ਅਹਿਬਾਬ ਵੀ ਹੈ, ਲੇਕਿਨ ਉਹਨਾਂ ਦੇ ਨਾਲ ਪਾਰਟੀ ਦਾ ਅਫੀਲੀਏਸ਼ਨ ਵੀ ਆ ਗਈ। ਲਿਹਾਜ਼ਾ ਉਹਨਾਂ ਦੀ ਪੋਜੀਸ਼ਨ ਨੂੰ ਅਸੀਂ ਅਗਰ ਇਹ ਕਹੀਏ ਕਿ ਪੋਜੀਸ਼ਨ ਨਹੀਂ ਹੈ ਜਾਂ ਕਮਜ਼ੋਰ ਪੋਜੀਸ਼ਨ ਨਹੀਂ ਹੈ, ਗਲਤ ਬਾਤ ਹੈ। ਉਹਨਾਂ ਦੀ ਪੋਜੀਸ਼ਨ ਠੀਕ ਹੈ, ਮੁਕਾਬਲਾ ਵੇ। ਦੂਸਰੇ ਨੰਬਰ ਤੇ ਆ ਜਾਂਦਾ ਵੇ ਪੀਪਲ ਪਾਰਟੀ ਦਾ ਸਰਫਰਾਜ਼ ਵਾਘਾ ਸਾਹਿਬ ਨੂੰ ਲੈ ਲਓ, ਲੇਕਿਨ ਅਨਫਾਰਚੂਨੇਟਲੀ ਸਮਝ ਲਓ ਜਾਂ ਫਾਰਚੂਨੇਟਲੀ ਸਮਝ ਲਓ ਕਿ ਸਾਡੇ ਪੰਜਾਬ ਦੇ ਵਿੱਚ ਖਸੂਸਨ ਅਮੂਮਨ ਔਰ ਸਾਡੇ ਸਾਂਗਲੇ ਵਿੱਚ ਖਸੂਸਨ ਪੀਪਲ ਪਾਰਟੀ ਦਾ ਸ਼ਾਜ਼ ਹੀ ਹੈ ਕੋਈ ਵੋਟ ਹੋਏਗਾ। ਤੇ ਇਸ ਤਰ੍ਹਾਂ ਉਹਨਾਂ ਨੂੰ ਮੈਂ ਸਮਝਣਾ ਕਿ ਤੁਸੀਂ ਬੇਸ਼ੱਕ ਉਹਨਾਂ ਨੂੰ ਵੈਸੇ ਹੀ ਆਊਟ ਕਰ ਦਿਓ ਇਸ ਗੇਮ ਦੇ ਵਿੱਚ, 5 ਦੀ ਬਜਾਏ 4 ਬੰਦੇ ਜਿਹੜੇ ਅਸੀਂ ਉਹਨਾਂ ਦਾ ਮੁਆਜ਼ਨਾ ਕਰਕੇ ਦੇਖ ਲੈਂਦੇ ਹਾਂ। ਸਹੀ। ਤੀਸਰੇ ਨੰਬਰ ਤੇ PTI ਦਾ ਬੰਦਾ ਆ ਜਾਂਦਾ, ਆਸਨ ਵਾਘਾ ਸਾਹਿਬ। ਆਸਨ ਵਾਘਾ ਸਾਹਿਬ ਨੂੰ ਮੈਂ ਬਜ਼ਾਤੇ ਖੁਦ ਬਹੁਤ ਜ਼ਿਆਦਾ ਨਹੀਂ ਜਾਣਦਾ, ਔਰ ਸ਼ਾਇਦ ਤੁਸੀਂ ਜਾਣਦੇ ਹੋ ਮੇਰੇ ਨਾਲੋਂ ਜ਼ਿਆਦਾ,
ਲੇਕਿਨ ਉਹ ਸਿਰਫ ਪੀਟੀਆਈ ਦੀ ਜਿਹੜੀ ਪੁਸ਼ਲ ਹੈ ਦਮ ਹੈ ਨਾ, ਉਹਦੀ ਵਜ੍ਹਾ ਤੋਂ ਹੀ ਉਹਨਾਂ ਨੂੰ ਵੋਟ ਮਿਲਣੇ ਨੇ, ਜਿਹੜੇ ਵੋਟ ਮਿਲਣੇ ਨੇ, ਕਿਉਂਕਿ ਇਲਾਕਾ ਸੰਗਰਹਿ ਸਾਡਾ ਜਿਹੜਾ ਜਾਂ ਸਾਡੀ ਲੋਕੈਲਿਟੀ ਜਿਹੜੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਫੇਮ ਨਹੀਂ ਹੈ, ਬਹੁਤ ਜ਼ਿਆਦਾ ਉਹਨਾਂ ਦੀ ਪਪੂਲੈਰਿਟੀ ਨਹੀਂ ਹੈ, ਬਹੁਤ ਜ਼ਿਆਦਾ ਲੋਕ ਨਹੀਂ ਜਾਣਦੇ ਉਹਨਾਂ ਨੂੰ। ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ, ਜਿਹੜੇ ਉਮੀਦਵਾਰ ਨੇ ਹਲਕੇ 132 'ਚ, ਇਹਨਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਹੋਏਗਾ ਉਹ ਕਿਹਦਾ ਹੋਏਗਾ? ਜੀ ਮੈਂ ਫਰਦਨ ਪਹਿਲੇ ਗੱਲ ਕਰ ਲਾਂ ਇਹਨਾਂ ਤੇ, ਮਗਰ ਰਹਿ ਜਾਂਦੇ ਨੇ 2 ਇੰਡੀਪੈਂਡੈਂਟ ਸਾਡੇ ਕੈਂਡੀਡੇਟਸ, ਮਲਕ ਆਜ਼ਮ ਸਾਹਿਬ ਰਹਿ ਜਾਂਦੇ ਨੇ ਔਰ ਚੌਧਰੀ ਸੁਲਤਾਨ ਤਾਰਕ ਬਾਜਵਾ ਸਾਹਿਬ ਰਹਿ ਜਾਂਦੇ ਨੇ। ਅੱਛਾ, ਹੁਣ ਅਗਰ ਅਸੀਂ 5 ਹੀ ਕੈਂਡੀਡੇਟਸ ਨੂੰ ਕੰਪੇਅਰ ਕਰਨੇ ਆ, ਮੁਆਜ਼ਨਾ ਕਰਨੇ ਆ, ਉਹਨਾਂ ਦਾ ਮੁਕਾਬਲਾ ਕਰਨੇ ਆ ਐਜੂਕੇਸ਼ਨ ਵਾਈਜ਼, ਤਾਲੀਮੀ ਮਿਆਰ ਦੇ ਰੱਖ ਕੇ, ਤਾਂ ਸਭ ਤੋਂ ਅੱਗੇ ਜਿਹੜਾ ਉਹ ਸੁਲਤਾਨ ਤਾਰਕ ਬਾਜਵਾ ਹੀ ਹੈ। ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਆਦਮੀ ਹੈ, ਸਭ ਤੋਂ ਜ਼ਿਆਦਾ ਲਰਨਡ ਆਦਮੀ ਆ, ਵਕੀਲ ਹੈ। ਲੇਕਿਨ ਚੂੰਕਿ ਸਾਡੇ ਮੁਆਸ਼ਰੇ 'ਚ ਜਾਂ ਸਾਡੇ ਲੋਕੈਲਿਟੀ ਦੇ ਵਿੱਚ ਤਾਲੀਮ ਨੂੰ ਬਹੁਤ ਜ਼ਿਆਦਾ ਸਟੈਂਡਰਡਾਈਜ਼ ਨਹੀਂ ਕੀਤਾ ਜਾਂਦਾ, ਬਹੁਤ ਜ਼ਿਆਦਾ ਉਹਨੂੰ ਅਪਰੈਸ਼ੀਏਟ ਨਹੀਂ ਕੀਤਾ ਜਾਂਦਾ, ਕਿਉਂਕਿ ਪਰਸਨਲ ਤਾਲੁਕਾਤ ਜਿਹੜੇ ਨੇ, ਲੋਕਾਂ ਦੇ ਜ਼ਾਤੀ ਤਾਲੁਕਾਤ ਨੇ, ਉਹ ਸਭ ਤੋਂ ਜ਼ਿਆਦਾ ਫੇਵਰ ਕਰਦੇ ਨੇ। ਦੂਸਰੇ ਨੰਬਰ 'ਤੇ ਆ ਜਾਂਦੇ ਨੇ ਪਾਰਟੀ ਦੀ ਅਫੀਲੀਏਸ਼ਨ, ਕਿ ਪਾਰਟੀ ਕਿਹੜੀ ਉਹਦੇ ਨਾਲ ਹੈ। ਮਲਕ ਆਜ਼ਮ ਸਾਹਿਬ ਦੇ ਆਪਣਾ ਹਲਕਾ ਅਹਿਬਾਬ ਜੋ ਵੀ ਹੈ ਲੋਕਲੀ ਉਹ ਹੈ ਵੇ, ਬਾਕੀ ਉਹ ਕੋਸ਼ਿਸ਼ ਵੀ ਕਰ ਰਹੇ ਨੇ ਆਪਣੀ ਕਿ ਬਾਹਰੋਂ ਉਹਨਾਂ ਨੂੰ ਵੋਟ ਹਲਕੇ 'ਚੋਂ ਬਾਕੀ 'ਚੋਂ ਮਿਲਣ, 132 'ਚੋਂ। ਮੀਆਂ ਸਾਹਿਬ ਵੀ ਆਪਣਾ ਜ਼ੋਰ ਲਗਾ ਰਹੇ ਨੇ। ਹੁਣ ਮੇਰੇ ਜ਼ਹਿਨ ਦੇ ਮੁਤਾਬਕ ਜਿਹੜਾ ਮੁਕਾਬਲਾ ਵੇ ਉਹ 2 ਹੀ ਬੰਦਿਆਂ 'ਚ ਬਣਦਾ ਵੇ, ਇੱਕ ਤੇ ਮੀਆਂ ਇਜਾਜ਼ ਭੱਟੀ ਸਾਹਿਬ ਔਰ ਦੂਸਰਾ ਚੌਧਰੀ ਸੁਲਤਾਨ ਤਾਰਕ ਬਾਜਵਾ ਸਾਹਿਬ। ਇਹ 8 ਤਾਰੀਖ ਦੀ ਸ਼ਾਮ ਤੱਕ ਡਿਸਾਈਡ ਹੋ ਜਾਏਗਾ ਕਿ ਕਿਸ ਬੰਦੇ ਨੇ ਕਿਹਨੂੰ ਵੋਟ ਦੇਣਾ ਵੇ। ਅੱਛਾ, ਲਬੈਕ ਦੇ ਕੈਂਡੀਡੇਟ ਨੇ ਕਰਨਲ ਅਮਾਨਤ, ਉਹਨਾਂ ਦਾ ਕੀ? ਉਹ ਸੌਰੀ, ਮੈਂ ਉਹਨਾਂ ਨੂੰ ਬਿਲਕੁਲ ਫੀਲਡ 'ਚ ਲਿਆ ਹੀ ਨਹੀਂ ਸਕਿਆ। ਬੜੀ ਅੱਛੀ ਜਮਾਤ ਹੈ, ਮੇਰੀ ਬੜੀ ਪਸੰਦੀਦਾ ਜਮਾਤ ਵੀ ਹੈ ਔਰ ਮੇਰੇ ਪਸੰਦੀਦਾ ਉਹ ਸ਼ਖਸੀਅਤ ਵੀ ਨੇ। ਕਰਨਲ ਸਾਹਿਬ ਬਹੁਤ ਅੱਛੇ ਆਦਮੀ ਨੇ, ਬਹੁਤ ਗ੍ਰੇਟ ਆਦਮੀ ਨੇ। ਹੁਣ ਤੁਸੀਂ ਇਹ ਸਮਝੋ 2 ਦਾ ਮੁਕਾਬਲਾ ਨਹੀਂ ਬਲਕਿ 3 ਦਾ ਹੀ ਮੁਕਾਬਲਾ ਹੈ। ਉਹ ਵੀ ਕੰਪੀਟੀਸ਼ਨ 'ਚ ਬਹੁਤ ਮਤਲਬ ਹੱਦ ਤੱਕ ਹੈ ਨੇ, ਇਨਵੋਲਵ ਨੇ ਇਹਦੇ 'ਚ। ਇਸ ਵਾਸਤੇ ਇਹ 3 ਲੋਕਾਂ ਦੀ ਪੋਜੀਸ਼ਨ ਫਸਟ, ਸੈਕੰਡ, ਥਰਡ ਹੀ ਆਉਣੀ ਆ। ਕਿਹਦੀ ਆਉਂਦੀ ਆ ਇਹ ਅੱਲਾ ਹੀ ਜਾਣਦਾ। ਲੇਕਿਨ ਅਗਰ ਜ਼ਾਤੀ ਤੌਰ ਤੇ ਦੇਖੀਏ ਤੇ ਬਾਜਵਾ ਸਾਹਿਬ ਦੀ ਪੋਜੀਸ਼ਨ ਜ਼ਾਤੀ ਤਲਕਾਤ ਦੀ ਬਿਨਾ ਤੇ ਕਾਫੀ ਬਿਹਤਰ ਆ। ਅਗਰ ਅਸੀਂ ਲੈਂਦੇ ਹਾਂ ਪਾਰਟੀ ਬੇਸ ਤੇ ਫਿਰ ਮੀਆਂ ਸਾਹਿਬ ਦੀ ਪੋਜੀਸ਼ਨ ਵੀ ਅੱਛੀ ਹੈ। ਔਰ ਤੀਸਰਾ ਜਿਹੜਾ ਤਹਿਰੀਕ ਲਬੈਕ ਵਾਲੇ ਨੇ, ਕਰਨਲ ਸਾਹਿਬ, ਲੋਕ ਉਹਨਾਂ ਨੂੰ ਬੜਾ ਪਸੰਦ ਕਰਦੇ ਨੇ, ਮੈਂ ਵੀ ਉਹਨਾਂ ਨੂੰ ਪਸੰਦ ਕਰਨਾ। ਲੇਕਿਨ ਵੋਟ ਤੇ ਅਸੀਂ ਆਪਣੀ ਆਪਣੀ ਮਰਜ਼ੀ ਦਾ ਹੀ ਦੇਣਾ ਉਸ ਦਿਨ। ਇਸ ਤਰ੍ਹਾਂ ਕੋਈ ਪਤਾ ਨਹੀਂ ਕਿ ਤੁਸੀਂ ਵੋਟ ਕਿਹਨੂੰ ਦੇਣਾ ਤੇ ਮੈਂ ਕਿਹਨੂੰ ਵੋਟ ਦੇਣਾ। ਇਸ ਵਾਸਤੇ 8 ਤਾਰੀਖ ਦੀ ਸ਼ਾਮ ਨੂੰ, ਰਾਤ ਨੂੰ, ਜਾਂ 9 ਤਾਰੀਖ ਨੂੰ ਹੀ ਪਤਾ ਚੱਲੇਗਾ ਕਿ ਕੌਣ ਇੱਥੇ ਵਿਨਿੰਗ ਹਾਰਸਾ ਔਰ ਕੌਣ ਸੈਕੰਡ ਤੇ ਥਰਡ ਹਾਰਸਾ। ਲੋ ਸੱਜਣੋ ਤੇ ਮਿੱਤਰੋ, ਅੱਜ ਦਾ ਪ੍ਰੋਗਰਾਮ ਸੁਣਿਆ। ਅਗਲੇ ਨਵੇਂ ਪ੍ਰੋਗਰਾਮ ਵਾਸਤੇ ਸਾਨੂੰ ਦਿਓ ਇਜਾਜ਼ਤ। ਅੱਲਾ ਖੈਰ ਕਰੇ। ਥੈਂਕ ਯੂ ਵੈਰੀ ਮਚ। ਅੱਲਾ ਹਾਫਿਜ਼।